ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਸ਼੍ਰੀ ਕਰਤਾਰਪੁਰ ਨਗਰ ਨੂੰ ਵਸਾਉਣ ਲੱਗੇ ਸਨ ਤਾਂ ਉਹਨਾਂ ਨੇ ਆਪਣੇ ਵਸਣ ਲਈ ਇੱਕ ਸੁੰਦਰ ਸਥਾਨ ਵੇਖਿਆ ਅਤੇ ਗੁਰੂ ਜੀ ਨੇ ਹੁਕਮ ਕੀਤਾ ਕਿ ਇੱਥੇ ਸੁੰਦਰ ਘਰ ਦੀ ਰਚਨਾ ਕਰੋ। ਉਸ ਵੇਲੇ ਮਸੰਦਾਂ ਨੇ ਤੁਰੰਤ ਉੱਦਮ ਕੀਤਾ। ਕਾਰੀਗਰ ਬੁਲਾ ਕੇ ਕੰਮ ਉੱਤੇ ਲਗਾਏ ਗਏ ਅਤੇ ਉਹਨਾਂ ਨੂੰ ਗੁਰੂ ਜੀ ਨੇ ਫਰਮਾਇਆ ਕਿ ਇੱਕ ਵੱਡੇ ਸਾਰੇ ਘਰ ਦੀ ਉਸਾਰੀ ਕਰੋ। ਘਰ ਬਣਾਉਣ ਵਾਲੇ ਮਿਸਤਰੀ ਅਤੇ ਮਸੰਦਾਂ ਨੇ ਮਿਲ ਕੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਹੇ ਪ੍ਰਭੂ ਰੂਪ ਗੁਰੂ ਜੀ, ਦੁਆਬੇ ਦੇ ਇਲਾਕੇ ਵਿੱਚ ਬਹੁਤ ਮੋਟੀ ਲੱਕੜੀ ਨਹੀਂ ਮਿਲਦੀ। ਲੰਮੀ ਮੋਟੀ ਲੱਕੜ ਤੋਂ ਬਿਨਾਂ ਸਭਾ ਦੇ ਇਕੱਠ ਵਾਲਾ ਵੱਡਾ ਘਰ ਨਹੀਂ ਬਣ ਸਕਦਾ। ਇਹ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਦੂਰ ਨੇੜੇ ਖੋਜ ਕਰੋ, ਜਿੱਥੋਂ ਭਾਰੀ ਲੱਕੜ ਮਿਲ ਸਕੇ। ਜਿੰਨਾ ਵੀ ਕੋਈ ਮੁੱਲ ਲੈਣਾ ਚਾਹੇ ਦੇ ਕੇ ਲੈ ਆਵੋ ਅਤੇ ਕਾਰਜ ਪੂਰਾ ਕਰੋ। ਗੁਰੂ ਜੀ ਦਾ ਹੁਕਮ ਸੁਣ ਕੇ ਸਾਰੇ ਮਸੰਦਾਂ ਨੇ ਥਾਂ ਥਾਂ ਲੱਕੜ ਲੱਭਣ ਲਈ ਬਹੁਤ ਸਾਰੇ ਬੰਦੇ ਭੇਜ ਦਿੱਤੇ। ਨਿਵਾਸ ਸਥਾਨ ਲਈ ਜਿੰਨੀ ਕੋ ਵੱਡੀ ਮੋਟੀ ਲੱਕੜ ਚਾਹੀਦੀ ਸੀ, ਸਾਰੇ ਮਸੰਦ ਇੱਧਰੋਂ ਉੱਧਰੋਂ ਉਸ ਦੀ ਭਾਲ ਵਿੱਚ ਲੱਗ ਗਏ। ਉਹਨਾਂ ਨੇ ਬਹੁਤ ਸਾਰੇ ਪਿੰਡਾਂ ਵਿੱਚ ਜਾ ਕੇ ਵੇਖਿਆ, ਪਰ ਕਿਸੇ ਥਾਂ ਤੋਂ ਵੱਡੀ ਲੱਕੜ ਪ੍ਰਾਪਤ ਨਹੀਂ ਹੋਈ। ਤਾਂ ਮਸੰਦਾਂ ਨੇ ਆ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਕੋਲ ਬੇਨਤੀ ਕੀਤੀ ਕਿ ਗੁਰੂ ਜੀ, ਦੂਰ ਨੇੜੇ ਦੇ ਸਾਰੇ ਪਿੰਡਾਂ ਵਿੱਚ ਇੱਧਰ ਉੱਧਰ ਥਾਵਾਂ 'ਤੇ ਜਾ ਕੇ ਵੇਖਿਆ ਹੈ, ਵੱਡੀ ਅਤੇ ਮੋਟੀ ਲੱਕੜ ਕਿਧਰੇ ਨਹੀਂ ਹੈ। ਜਦੋਂ ਮਸੰਦਾਂ ਨੇ ਇਸ ਪ੍ਰਕਾਰ ਅਰਜ਼ ਕੀਤੀ ਤਾਂ ਇੱਕ ਸਿੱਖ ਜੋ ਸਭਾ ਦੇ ਵਿੱਚ ਬੈਠਾ ਸੀ, ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਜੀ, ਇੱਕ ਜਗ੍ਹਾ ਬਹੁਤ ਵੱਡੀ ਟਾਹਲੀ ਖੜੀ ਹੈ। ਉਸ ਦੇ ਬਰਾਬਰ ਦੀ ਟਾਹਲੀ ਦੂਰ ਨੇੜੇ ਕਿਧਰੇ ਵੀ ਨਹੀਂ ਹੈ। ਉਹ ਬਹੁਤ ਹੀ ਵੱਡੀ, ਮੋਟੀ ਅਤੇ ਲੰਬੀ ਟਾਹਲੀ ਹੈ, ਪਰ ਉਹ ਗੁਰੂ ਜੀ ਦੇ ਹੁਕਮ ਬਿਨਾਂ ਹੱਥ ਨਹੀਂ ਆਵੇਗੀ। ਕੋਈ ਵੀ ਉਸ ਦਾ ਪੱਤਾ ਵੀ ਨਹੀਂ ਤੋੜ ਸਕਦਾ। ਉਸ ਵਿੱਚ ਕੋਈ ਸ਼ਕਤੀਸ਼ਾਲੀ ਚੀਜ਼ ਸਮਾਈ ਹੋਈ ਹੈ ਅਤੇ ਉਸ ਨੂੰ ਉਸ ਵਿੱਚ ਵਸਦਿਆਂ ਲੰਬਾ ਸਮਾਂ ਬੀਤ ਗਿਆ ਹੈ। 20 ਕੋਹਾਂ ਦੇ ਪਿੰਡਾਂ ਦੇ ਲੋਕ ਉਸ ਨੂੰ ਪੂਜਦੇ ਹਨ ਅਤੇ ਜਾ ਕੇ ਉਸ ਨੂੰ ਨਮਸਕਾਰ ਕਰਦੇ ਹਨ। ਥਾਂ ਥਾਂ ਦੇ ਲੋਕ ਉਸ ਅੱਗੇ ਸਿਰ ਝੁਕਾਉਂਦੇ ਹਨ, ਉਸ ਕੋਲੋਂ ਡਰਦੇ ਹਨ। ਉਸ ਸਿੱਖ ਦੀ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਉਚਾਰੇ, ਕੋਈ ਸਿੱਖ ਉਸ ਥਾਂ 'ਤੇ ਜਾਵੇ ਅਤੇ ਜਾ ਕੇ ਟਾਹਲੀ ਨੂੰ ਕੱਟ ਲਿਆਵੇ, ਜਿਸ ਨਾਲ ਵੱਡਾ ਘਰ ਬਣਾਉਣ ਦਾ ਕੰਮ ਸਵਾਰਿਆ ਜਾ ਸਕੇ। ਬਚਨ ਸੁਣ ਕੇ ਭਾਈ ਪ੍ਰਾਨਾ ਜੀ ਉੱਧਰ ਵੱਲ ਚੱਲ ਪਿਆ, ਜਿੱਥੇ ਉਸ ਟਾਹਲੀ ਦਾ ਦਰਖਤ ਖੜ੍ਹਾ ਸੀ। ਉਹ ਹੱਥ ਵਿੱਚ ਕੁਹਾੜਾ ਅਤੇ ਤਰਖਾਨਾਂ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਧਿਆਉਂਦਾ ਹੋਇਆ ਉੱਥੇ ਚਲਾ ਗਿਆ। ਉਸਨੇ ਉੱਥੇ ਜਾ ਕੇ ਬੜੀ ਪੱਕੀ, ਸੋਹਣੀ ਨਿੱਗਰ ਅਤੇ ਮੋਟੀ ਟਾਹਲੀ ਖੜ੍ਹੀ ਵੇਖੀ। ਭਾਈ ਪ੍ਰਾਨਾ ਜੀ ਦੇ ਨਾਲ ਜੋ ਤਰਖਾਣ ਸੀ, ਉਸ ਦਾ ਨਾਂ ਸਧਾਰਨ ਸੀ, ਜੋ ਤਨ ਅਤੇ ਮਨ ਕਰਕੇ ਗੁਰੂ ਦਾ ਸਿੱਖ ਸੀ। ਉਸਨੇ ਸਾਰੀ ਟਾਹਲੀ ਨੂੰ ਵੇਖਿਆ ਅਤੇ ਸੋਚਿਆ ਕਿ ਇਸ ਦਾ ਇੱਕ ਸੁੰਦਰ ਭਾਰੀ ਥੰਮ ਬਣੇਗਾ, ਜਿਸ ਨਾਲ ਸੁੰਦਰ ਘਰ ਬਣ ਜਾਏਗਾ। ਇਹ ਬਹੁਤ ਹੀ ਮਜ਼ਬੂਤ ਲੱਕੜ ਜਾਣ ਪੈਂਦੀ ਹੈ, ਜੋ ਭਾਰੀ ਭਾਰ ਸਹਿ ਸਕੇਗੀ। ਉਸਨੇ ਹੱਥ ਵਿੱਚ ਕੁਹਾੜਾ ਲੈ ਕੇ ਟਾਹਲੀ ਦੇ ਨੇੜੇ ਹੋ ਕੇ ਕੱਟਣ ਲਈ ਜ਼ੋਰ ਨਾਲ ਟੱਕ ਮਾਰਿਆ। ਜਿਉਂ ਹੀ ਕੁਹਾੜਾ ਟਾਹਲੀ ਵਿੱਚ ਵੱਜਿਆ ਅਤੇ ਉਸ ਨੂੰ ਥੋੜ੍ਹਾ ਜਿਹਾ ਚੀਰ ਦਿੱਤਾ ਤਾਂ ਉਸ ਵੇਲੇ ਉਸ ਟਾਹਲੀ ਵਿੱਚੋਂ ਆਵਾਜ਼ ਨਿਕਲੀ, ਹੇ ਭਾਈ ਪ੍ਰਾਨਾ ਜੀ, ਮੇਰੀ ਸਾਰੀ ਹਾਲਤ ਬਾਰੇ ਸੁਣੋ। ਬੜੇ ਲੰਬੇ ਸਮੇਂ ਤੋਂ ਮੇਰਾ ਇਸ ਟਾਹਲੀ ਵਿੱਚ ਵਾਸਾ ਹੈ। ਤੂੰ ਹੁਣ ਇਸ ਦਾ ਨਾਸ਼ ਕਰਨ ਲਈ ਆ ਪਹੁੰਚਿਆ ਹੈ। ਗੁਰੂ ਅਤੇ ਗੁਰੂ ਦੇ ਸਿੱਖ ਅਨੰਤ ਹਨ, ਜਿਨ੍ਹਾਂ ਉੱਪਰ ਮੇਰਾ ਜ਼ੋਰ ਨਹੀਂ ਚੱਲਦਾ। ਮੈਂ ਗੁਰੂ ਜੀ ਦਾ ਕੁਝ ਵੀ ਨਹੀਂ ਵਿਗਾੜਿਆ, ਫਿਰ ਉਹ ਮੇਰੇ ਵਸੇਬੇ ਨੂੰ ਕਿਉਂ ਨਾਸ਼ ਕਰਨਾ ਚਾਹੁੰਦੇ ਹਨ? ਸੰਸਾਰ ਵਿੱਚ ਮੇਰੀ ਬਹੁਤ ਪੂਜਾ ਹੁੰਦੀ ਹੈ। ਲੋਕ ਬਹੁਤ ਸਾਰੀਆਂ ਭੇਟਾਵਾਂ ਅਰਪਣ ਕਰਦੇ ਹਨ। ਆਪ ਮੁੜ ਜਾਵੋ, ਇਸ ਟਾਹਲੀ ਨੂੰ ਨਾਸ਼ ਨਾ ਕਰੋ। ਮੇਰੀ ਗੁਰੂ ਜੀ ਅੱਗੇ ਬੇਨਤੀ ਕਰੋ ਕਿ ਆਪ ਸ਼ਰਨ ਵਿੱਚ ਆਏ ਦੀ ਰੱਖਿਆ ਕਰੋ। ਮੈਨੂੰ ਆਪਣਾ ਸੇਵਕ ਜਾਣ ਕੇ ਇਸ ਟਾਹਲੀ ਨੂੰ ਸਲਾਮਤ ਰੱਖ ਲਵੋ। ਇਸ ਤਰ੍ਹਾਂ ਆਖ ਕੇ ਮੇਰੀ ਸਾਰੀ ਬਿਰਥਾ ਗੁਰੂ ਜੀ ਨੂੰ ਸੁਣਾ ਦਿਓ। ਫਿਰ ਗੁਰੂ ਜੀ ਦਾ ਜਿਵੇਂ ਹੁਕਮ ਹੋਵੇ ਸੁਣ ਕੇ ਮੇਰੇ ਕੋਲ ਵਾਪਸ ਆ ਕੇ ਮੈਨੂੰ ਸੁਣਾਓ। ਇਹ ਸੁਣ ਕੇ
ਭਾਈ ਪ੍ਰਾਨਾ ਜੀ ਅਤੇ ਤਰਖਾਣ ਦੋਵੇਂ ਹਿਰਦੇ 'ਚ ਬਹੁਤ ਹੀ ਅਚਰਜ ਤੇ ਹੈਰਾਨ ਹੋਏ ਤੇ ਆਪਸ ਵਿੱਚ ਕਹਿਣ ਲੱਗੇ ਕਿ ਆਪਣੇ ਲਈ ਇਸ ਨੂੰ ਕੱਟਣਾ ਅੱਛਾ ਨਹੀਂ ਹੈ। ਫਿਰ ਇਸ ਨੇ ਬਹੁਤ ਹੀ ਦੀਨ ਨਿਮਾਣਾ ਹੋ ਕੇ ਬੇਨਤੀ ਕੀਤੀ ਹੈ, ਇਸ ਵਿੱਚ ਹੰਕਾਰ ਆਦਿ ਦੀ ਕੋਈ ਗਿਣਤੀ ਨਹੀਂ। ਇੱਕ ਵਾਰੀ ਗੁਰੂ ਜੀ ਕੋਲ ਜਾ ਕੇ ਸਾਰੀ ਗੱਲ ਦੱਸ ਦਈਏ। ਇਹ ਆਖ ਕੇ ਉਹ ਨਗਰ ਵੱਲ ਚੱਲ ਪਏ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਬੈਠੇ ਹੋਏ ਸਨ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਗੁਰੂ ਜੀ, ਉਹ ਦਰਖਤ ਬੜਾ ਭਾਰੀ ਸ਼ਕਤੀਸ਼ਾਲੀ ਹੈ। ਜਦੋਂ ਚੀਰਨ ਲੱਗੇ ਤਾਂ ਉਸ ਵਿੱਚੋਂ ਇੱਕ ਆਵਾਜ਼ ਨਿਕਲੀ ਕਿ ਤੁਸੀਂ ਕਿਉਂ ਮੇਰਾ ਕੰਮ ਵਿਗਾੜਦੇ ਹੋ। ਬਹੁਤ ਸਾਰੇ ਪਿੰਡ ਮੇਰੀ ਪੂਜਾ ਕਰਦੇ ਹਨ ਅਤੇ ਅਨੇਕ ਤਰ੍ਹਾਂ ਦੀਆਂ ਭੇਟਾਵਾਂ ਚੜਾਉਂਦੇ ਹਨ। ਇਸ ਟਾਹਲੀ ਦੇ ਨਾਸ਼ ਹੋ ਜਾਣ ਨਾਲ ਮੇਰੀ ਸਾਰੀ ਪੂਜਾ ਖਤਮ ਹੋ ਜਾਵੇਗੀ। ਕੋਈ ਵੀ ਇਸਤਰੀ ਪੁਰਸ਼ ਫਿਰ ਮੈਨੂੰ ਜਾਣ ਨਹੀਂ ਸਕੇਗਾ। ਤੁਸੀਂ ਜਾ ਕੇ ਮੇਰੀ ਇਹ ਸਾਰੀ ਪੀੜਾ ਗੁਰੂ ਜੀ ਨੂੰ ਸੁਣਾਓ। ਫਿਰ ਤੁਸੀਂ ਉਸੇ ਤਰ੍ਹਾਂ ਹੀ ਕਰਨਾ ਜਿਵੇਂ ਗੁਰੂ ਜੀ ਤੁਹਾਨੂੰ ਹੁਕਮ ਕਰਨਗੇ। ਧੰਨ ਧੰਨ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦਾ ਹਿਰਦਾ ਬਹੁਤ ਹੀ ਕੋਮਲ ਸੀ। ਉਹਨਾਂ ਨੇ ਸੁਣ ਕੇ ਉਸ ਸਮੇਂ ਕਿਹਾ ਕਿ ਅਸੀਂ ਉਸ ਟਾਹਲੀ ਦੇ ਕੋਲ ਜਾਂਦੇ ਹਾਂ ਅਤੇ ਸਭ ਪ੍ਰਕਾਰ ਨਾਲ ਉਸ ਨੂੰ ਧੀਰਜ ਦੇਵਾਂਗੇ। ਇਹ ਫਰਮਾ ਕੇ ਗੁਰੂ ਜੀ ਟਾਹਲੀ ਨੂੰ ਵੇਖਣ ਲਈ ਪਾਲਕੀ ਉੱਤੇ ਸਵਾਰ ਹੋ ਕੇ ਚੱਲ ਪਏ। ਬਹੁਤ ਸਾਰੇ ਸੇਵਕ ਵੀ ਇਹ ਜਾਣ ਕੇ ਕਿ ਟਾਹਲੀ ਵਿੱਚੋਂ ਆਵਾਜ਼ ਨਿਕਲੀ ਹੈ, ਹਿਰਦੇ ਵਿੱਚ ਹੈਰਾਨ ਹੋਏ। ਉਸ ਵੇਲੇ ਉਹ ਵੀ ਗੁਰੂ ਜੀ ਦੇ ਨਾਲ ਚੱਲ ਪਏ। ਸਾਰੇ ਹੌਲੀ ਹੌਲੀ ਚੱਲ ਕੇ ਨੇੜੇ ਪਹੁੰਚ ਗਏ। ਜਦੋਂ ਜਾ ਕੇ ਕੋਲ ਖਲੋਤੇ ਤਾਂ ਸਭ ਨੇ ਵੇਖਿਆ ਕਿ ਨਮਸਕਾਰ ਕਰਦੇ ਹੋਏ ਉਸ ਟਾਹਲੀ 'ਚੋਂ ਇੱਕ ਆਵਾਜ਼ ਪੈਦਾ ਹੋਈ ਤੇ ਫਿਰ ਉਸ ਸਮੇਂ ਉਹ ਬੇਨਤੀ ਕਰਨ ਲੱਗਾ, ਹੇ ਗੁਰੂ ਜੀ, ਤੁਸੀਂ ਸਾਰਿਆਂ ਨੂੰ ਸੁੱਖ ਦੇਣ ਵਾਲੇ ਹੋ। ਮੇਰੇ ਸਥਾਨ ਨੂੰ ਆਪ ਜੀ ਕਿਉਂ ਨਾਸ਼ ਕਰਦੇ ਹੋ। ਮੈਂ ਗੁਰੂ ਘਰ ਦਾ ਕੋਈ ਕੰਮ ਨਹੀਂ ਵਿਗਾੜਿਆ। ਆਪ ਜੀ ਨੇ ਮੇਰਾ ਕਿਹੜਾ ਅਪਰਾਧ ਵਿਚਾਰਿਆ ਹੈ। ਦੂਰ ਨੇੜੇ ਦੇ ਜੋ ਬਹੁਤ ਸਾਰੇ ਪਿੰਡ ਹਨ, ਉੱਥੋਂ ਦੇ ਸਾਰੇ ਲੋਕ ਮੇਰੇ ਅੱਗੇ ਮੱਥੇ ਟੇਕਦੇ ਹਨ। ਇਸ ਟਾਹਲੀ ਦੇ ਬਿਰਛ ਤੋਂ ਬਿਨਾਂ ਸਾਰੇ ਮੇਰੀ ਪੂਜਾ ਕਰਨ ਤੋਂ ਹਟ ਜਾਣਗੇ ਅਤੇ ਫਿਰ ਉਹ ਮੈਨੂੰ ਉਪਹਾਰ ਨਹੀਂ ਦੇਣਗੇ। ਇਹ ਸੁਣ ਕੇ ਗੁਰੂ ਜੀ ਨੇ ਉਸ ਵੇਲੇ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਇਹ ਸਾਰਾ ਇਲਾਕਾ ਲੰਬੀ ਤੇ ਮੋਟੀ ਲੱਕੜ ਤੋਂ ਖਾਲੀ ਹੈ। ਅਸੀਂ ਵੱਡੀ ਲੱਕੜ ਦੀ ਖੋਜ ਕਰਦੇ ਰਹੇ ਪਰ ਪ੍ਰਾਪਤ ਨਹੀਂ ਕਰ ਸਕੇ। ਅਸੀਂ ਵਿਸ਼ਾਲ ਸਭਾ ਘਰ ਬਣਾਉਣਾ ਚਾਹੁੰਦੇ ਹਾਂ। ਇਸ ਟਾਹਲੀ ਦੇ ਬਰਾਬਰ ਹੋਰ ਕੋਈ ਵੱਡੀ ਲੱਕੜ ਨਹੀਂ ਹੈ। ਅਸੀਂ ਤੇਰੀ ਮਾਨਤਾ ਨੂੰ ਨਹੀਂ ਵਿਗਾੜਾਂਗੇ। ਜਿਸ ਸਥਾਨ 'ਤੇ ਇਸ ਦਾ ਥੰਮ ਦੇ ਕੇ ਘਰ ਦੀ ਉਸਾਰੀ ਕਰਾਂਗੇ, ਉਸ ਥਾਂ 'ਤੇ ਤੇਰੀ ਪੂਜਾ ਹੋਵੇਗੀ ਅਤੇ ਹੁਣ ਨਾਲੋਂ ਵੀ ਤੇਰੀ ਪੂਜਾ ਵੱਧ ਹੋਣ ਲੱਗ ਜਾਏਗੀ। ਜੋ ਲੋਕ ਪਹਿਲਾਂ ਤੇਰੀ ਪੂਜਾ ਕਰਨਗੇ, ਉਹਨਾਂ ਨੂੰ ਉਸ ਪਿੱਛੋਂ ਸਾਡੇ ਦਰਸ਼ਨ ਹੋਣਗੇ। ਤੁਸੀਂ ਉੱਥੇ ਬੜੇ ਸੁੱਖ ਨਾਲ ਵਾਸਾ ਕਰੋਗੇ। ਅਨੇਕਾਂ ਪ੍ਰਕਾਰ ਨਾਲ ਤੁਹਾਡੀ ਵੱਡੀ ਪੂਜਾ ਹੋਵੇਗੀ। ਆਪਣੇ ਮਨ ਵਿੱਚ ਚਿੰਤਾ ਨਾ ਕਰੋ। ਗੁਰੂ ਜੀ ਪਾਸੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਉਸ ਦਾ ਹਿਰਦਾ ਬਹੁਤ ਆਨੰਦਮਈ ਹੋ ਗਿਆ। ਉਸਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਚੁੱਪ ਹੋ ਗਿਆ। ਉਸਨੇ ਦਰਖਤ ਦੇ ਉਹਨਾਂ ਵੱਲੋਂ ਕੱਟੇ ਜਾਣ ਵਿੱਚ ਹੀ ਆਪਣਾ ਭਲਾ ਜਾਣਿਆ। ਗੁਰੂ ਜੀ ਨੇ ਤਰਖਾਣ ਨੂੰ ਕਿਹਾ ਕਿ ਜਿੰਨਾ ਥੰਮ ਤੁਸੀਂ ਰੱਖਣ ਲਈ ਤਿਆਰ ਕਰਨਾ ਹੈ, ਇਸ ਦੀ ਚੰਗੀ ਤਰ੍ਹਾਂ ਸੁਆਰ ਕੇ ਮਿਣਤੀ ਕਰ ਲਵੋ। ਇਸ ਥਾਂ 'ਤੇ ਸਭ ਪ੍ਰਕਾਰ ਨਾਲ ਤਿਆਰ ਕਰਕੇ ਜਦ ਉਸ ਦਾ ਭਾਰ ਹੌਲਾ ਹੋ ਜਾਵੇਗਾ ਤਾਂ ਫਿਰ ਉਸ ਨੂੰ ਗੱਡੇ ਉੱਤੇ ਲੱਦ ਕੇ ਗੱਡੇ ਨਾਲ ਕਈ ਬਲਦ ਜੋੜ ਕੇ ਲੈ ਆਵੋ। ਇਹ ਆਖ ਕੇ ਗੁਰੂ ਜੀ ਨਗਰ ਨੂੰ ਵਾਪਸ ਮੁੜ ਆਏ। ਸਭ ਸੇਵਕ ਗੁਰੂ ਜੀ ਦੀ ਵਡਿਆਈ ਕਰਦੇ ਸਨ। ਫਿਰ ਤਰਖਾਣ ਕੁਹਾੜਾ ਲੈ ਕੇ ਟਾਹਲੀ ਵੱਢਣ ਲੱਗਾ। ਉਸਨੇ ਜ਼ੋਰ ਨਾਲ ਟਾਹਲੀ ਨੂੰ ਜੜ੍ਹ ਤੋਂ ਹੀ ਵੱਢ ਲਿਆ। ਬਹੁਤ ਸਾਰੇ ਬੰਦਿਆਂ ਨੇ ਨਾਲ ਲੱਗ ਕੇ ਉਸ ਨੂੰ ਡੇਗ ਦਿੱਤਾ। ਉਸ ਦੇ ਸਾਰੇ ਟਾਣੇ ਕੱਟ ਦਿੱਤੇ। ਮਿਣ ਕੇ ਜਿੰਨੀ ਮਿਣਤੀ ਦੀ ਲੱਕੜ ਚਾਹੀਦੀ ਸੀ, ਉਹ ਲੱਕੜ ਉਨੀ ਮੋਟੀ ਰੱਖ ਲਈ। ਬਲਦਾਂ ਸਹਿਤ ਗੱਡਾ ਮੰਗਵਾਇਆ ਅਤੇ ਬਹੁਤ ਸਾਰੇ ਲੋਕਾਂ ਨੇ ਮਿਲ ਕੇ ਉਸ ਨੂੰ ਗੱਡੇ ਉੱਤੇ ਰੱਖ ਦਿੱਤਾ।
ਵੱਡਾ ਯਤਨ ਕਰਕੇ ਉਸ ਨੂੰ ਲਿਆਂਦਾ ਅਤੇ ਉੱਥੇ ਟਿਕਾ ਦਿੱਤਾ ਜਿੱਥੇ ਵੱਡਾ ਘਰ ਉਸਾਰ ਰਹੇ ਸਨ। ਗੁਰੂ ਜੀ ਉਸ ਲੱਕੜ ਨੂੰ ਵੇਖਣ ਲਈ ਆਏ ਅਤੇ ਸਾਰਿਆਂ ਨੂੰ ਕਹਿ ਰਹੇ ਸਨ ਕਿ ਬਹੁਤ ਸੋਹਣੀ ਲੱਕੜ ਘੜੀ ਹੈ। ਫਿਰ ਉਸ ਵੇਲੇ ਜਦੋਂ ਕਾਰੀਗਰ ਨੇ ਵੇਖਿਆ ਤਾਂ ਉਸ ਲੱਕੜ ਨੂੰ ਖੜੇ ਕਰਨ ਦੀ ਵਿਉਂਤ ਵਿਚਾਰੀ ਗਈ। ਬਹੁਤ ਸਾਰੇ ਲੋਕ ਲੱਗ ਗਏ ਤੇ ਉਸ ਨੂੰ ਉੱਪਰ ਚੁੱਕ ਲਿਆ। ਚੰਗੀ ਥਾਂ ਵੇਖ ਕੇ ਉਸ ਨੂੰ ਖੜਾ ਕਰ ਦਿੱਤਾ। ਉੱਤੇ 9.25 ਹੱਥ ਲੰਮਾ ਹੱਥ ਚਾਹੀਦਾ ਸੀ। ਉਸ ਦੀ ਲੰਮਾਈ ਘੱਟ ਹੋਈ ਵੇਖ ਕੇ ਸਭ ਦੇ ਮਨ ਵਿੱਚ ਹੈਰਾਨੀ ਹੋਈ। ਉਸ ਨੂੰ ਜਦੋਂ ਮੀਨ ਕੇ ਵੇਖਿਆ ਤਾਂ ਕੰਮ ਵਿਗੜ ਗਿਆ ਜਾਣਿਆ। ਉਹ ਥੰਮ 8 ਉਂਗਲੀਆਂ ਘੱਟ ਹੋ ਗਿਆ ਸੀ। ਇਸ ਦੇ ਵਰਗਾ ਥੰਮ ਹੋਰ ਕਿਧਰੇ ਤੋਂ ਵੀ ਪ੍ਰਾਪਤ ਨਹੀਂ ਹੋ ਸਕਦਾ ਸੀ। ਤਾਂ ਉਸ ਵੇਲੇ ਸੇਵਕਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ, ਹੇ ਗੁਰੂ ਜੀ, ਬਹੁਤ ਵੱਡਾ ਕੰਮ ਵਿਗੜ ਗਿਆ ਹੈ। ਬਹੁਤ ਯਤਨ ਕਰਕੇ ਲੱਕੜ ਲਿਆਂਦੀ ਸੀ, ਉਹ 8 ਉਂਗਲਾਂ ਘੱਟ ਹੋ ਗਈ ਹੈ। ਇਹ ਸੁਣ ਕੇ ਗੁਰੂ ਜੀ ਚੱਲ ਕੇ ਉੱਥੇ ਆ ਗਏ ਜਿੱਥੇ ਉਹ ਥੰਮ ਛੋਟਾ ਹੋਇਆ ਖੜਾ ਸੀ। ਸਾਰੇ ਮਨੁੱਖ ਉੱਥੇ ਖੜੇ ਦੇਖ ਰਹੇ ਸਨ ਕਿ ਘਰ ਬਣਾਉਣ ਵਿੱਚ ਵਿਘਨ ਪੈ ਗਿਆ ਹੈ। ਉਹ ਪਛਤਾਪ ਕਰਦੇ ਹੋਏ ਮੁੱਖੋਂ ਕਹਿ ਰਹੇ ਸਨ ਕਿ ਇਸ ਦੇ ਬਰਾਬਰ ਦੀ ਲੱਕੜ ਹੁਣ ਕਿੱਥੋਂ ਭਾਲਾਂਗੇ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਥੰਮ ਛੋਟਾ ਹੋਇਆ ਵੇਖਿਆ। ਗੁਰੂ ਜੀ ਨੇ ਮੂੰਹੋਂ ਬਚਨ ਫਰਮਾਇਆ ਕਿ ਗੁਰੂ ਘਰ ਵਾਸਤੇ ਲੱਕੜ ਕਢਾਉਣ ਲਈ ਬਿਰਛ ਵੱਢਿਆ ਸੀ। ਪਹਿਲਾਂ ਇਹ ਵਿਸ਼ਾਲ ਟਾਹਣਾ ਆਪਣੀ ਖੁਸ਼ੀ ਸਹਿਤ ਬਹੁਤ ਵਧਿਆ ਸੀ। ਇਸ ਗੁਰੂ ਘਰ ਵਿੱਚ ਸਤ ਸੰਗਤ ਵਾਹਿਗੁਰੂ ਦੇ ਨਾਮ ਦਾ ਦਿਨ ਰਾਤ ਸਿਮਰਨ ਕਰੇਗੀ। ਇਸ ਲਈ ਇਹ ਹੁਣ ਸਾਡੇ ਕਹਿਣ 'ਤੇ ਜਿੰਨਾ ਇਹ ਕਾਰੀਗਰ ਚਾਹੁੰਦੇ ਹਨ ਉਨਾ ਵਿਸ਼ਾਲ ਵੱਧ ਜਾਵੇ। ਉੱਥੇ ਬਹੁਤ ਸਾਰੇ ਲੋਕ ਖੜੇ ਵੇਖ ਰਹੇ ਸਨ। ਉੱਥੇ ਖੜਾ ਕਾਰੀਗਰ ਜਿੰਨਾ ਉਹ ਚਾਹੁੰਦਾ ਸੀ, ਉਸੇ ਵੇਲੇ ਥੰਮ 8 ਉਂਗਲੀਆਂ ਵੱਧ ਗਿਆ। ਉਨਾ ਹੀ ਲੰਮਾ ਹੋਇਆ ਵੇਖ ਕੇ ਸਾਰੇ ਹਿਰਦੇ ਵਿੱਚ ਹੈਰਾਨ ਹੋ ਗਏ। ਥੰਮ ਨੂੰ ਚੰਗੀ ਤਰ੍ਹਾਂ ਖੜਾ ਕਰਕੇ ਸਾਰੇ ਬਹੁਤ ਪ੍ਰਸੰਨ ਹੋ ਗਏ ਤੇ ਰਹਿਣ ਲਈ ਘਰ ਬਣਾਇਆ ਗਿਆ। ਜਿੰਨੀ ਸੰਗਤ ਚੱਲ ਕੇ ਉੱਥੇ ਆਉਂਦੀ ਤਾਂ ਪਹਿਲਾਂ ਭੇਟਾ ਚੜ੍ਹਾ ਕੇ ਉਸ ਅੱਗੇ ਸਿਰ ਨਵਾਉਂਦੀ, ਪਿੱਛੋਂ ਫਿਰ ਗੁਰੂ ਜੀ ਦੇ ਦਰਸ਼ਨ ਕਰਦੀ। ਇਸ ਪ੍ਰਕਾਰ ਇਸ ਸਥਾਨ ਦੀ ਚੰਗੀ ਮਾਨਤਾ ਹੋ ਗਈ ਸੀ। ਉਹ ਥੰਮ ਬੜੇ ਲੰਬੇ ਸਮੇਂ ਤੱਕ ਇਸ ਘਰ ਵਿੱਚ ਟਿਕਿਆ ਰਿਹਾ। ਜਿਵੇਂ ਗੁਰੂ ਜੀ ਨੇ ਫਰਮਾਇਆ ਸੀ ਉਵੇਂ ਹੀ ਉਸ ਦਾ ਸਤਿਕਾਰ ਹੁੰਦਾ ਰਿਹਾ। ਫਿਰ ਜਦੋਂ ਖਾਲਸੇ ਦਾ ਰਾਜ ਹੋਇਆ ਅਤੇ ਤੁਰਕਾਂ ਨਾਲ ਬਹੁਤ ਦੁਸ਼ਮਣੀ ਵੱਧ ਗਈ ਤਾਂ ਬਹੁਤ ਸਾਰੇ ਜ਼ਾਲਮ ਤੁਰਕ ਮਿਲ ਕੇ ਚੜ੍ਹ ਆਏ। ਸਿੰਘ ਉਹਨਾਂ ਨਾਲ ਲੜੇ ਤੇ ਬਹੁਤ ਸ਼ਹੀਦੀਆਂ ਪਾ ਗਏ। ਦੁਸ਼ਮਣ ਦੀ ਸੈਨਾ ਇੱਥੇ ਪਹੁੰਚ ਗਈ। ਮਹਾਮੂਰਖ ਤੁਰਕ ਇਸ ਨੂੰ ਪੂਜਾ ਦਾ ਸਥਾਨ ਜਾਣ ਕੇ ਉੱਥੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਲਿਆਏ ਅਤੇ ਥੰਮ ਦੇ ਚਾਰੇ ਪਾਸੇ ਰੱਖ ਕੇ ਝਟਪਟ ਉਹਨਾਂ ਨੂੰ ਅੱਗ ਲਗਾ ਦਿੱਤੀ। ਉਸ ਵੇਲੇ ਤੁਰੰਤ ਵੱਡੀ ਚੀਕ ਮਾਰ ਕੇ ਉਹ ਥੰਮ ਧਰਤੀ 'ਚ ਧੱਸ ਗਿਆ। ਫਿਰ ਉਸ ਨੂੰ ਕਿਸੇ ਨੇ ਕਿਸੇ ਤਰ੍ਹਾਂ ਵੀ ਨਹੀਂ ਵੇਖਿਆ। ਹੁਣ ਤੱਕ ਵੀ ਜਿਹੜੇ ਸਿੱਖ ਉਸ ਸਥਾਨ 'ਤੇ ਜਾਂਦੇ ਹਨ ਉਹ ਭੇਟਾ ਅਰਪਣ ਕਰਕੇ ਸਿਰ ਨਵਾਉਂਦੇ ਹਨ। ਸੋ ਸਾਧ ਸੰਗਤ ਜੀ, ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ।